जय खत्री वंश, जय श्री राम, जय माँ हिंगलाज। वाहेगुरु जी का खालसा, वाहेगुरु जी की फतेह। आज हमारे खत्री भाई एक साथ हिसार में इकट्ठे हुए हैं। आज हम आपको 1947 शहीदी बंटवारे के शहीदों और खत्रियों का अपने धर्म और देश के प्रति दिए गए बलिदान पे वीडियो दिखाएंगे। ਇਹ ਹਵੇਲੀ ਹੈ ਕਰਮਚੰਦ ਦੀ। ਕਰਮਚੰਦ ਇੱਕ ਹਿੰਦੂ ਹੈ, ਇੱਥੇ ਰਹਿੰਦਾ ਹੁੰਦਾ ਸੀ, ਉਹਦੀ ਹਵੇਲੀ ਸੀ, ਉਹਦਾ ਇੱਕ ਘਰ ਸੀ। ਲਿਆ ਕੈਮਰਾ ਉਹਦਾ। ਤੇ ਇਹ ਹੁਣ ਪਿੰਡ ਬਣ ਗਿਆ, ਇੱਥੇ ਕੋਈ 20-30 ਘਰ ਆਬਾਦ ਨੇ, ਲੇਕਿਨ ਉਸ ਸਮੇਂ ਦੇ ਵਿੱਚ ਉਸ ਇਕੱਲੇ ਬੰਦੇ ਦੀ ਹਵੇਲੀ ਸੀ। ਤੇ ਜਦੋਂ 47 ਦੀ ਪਾਰਟੀਸ਼ਨ ਹੋਈ ਆ ਤੇ ਇੱਥੋਂ ਜਾਣ ਲੱਗੇ ਨਾ ਉਜੜ ਕੇ, ਤੇ ਉਹਦੇ ਕੋਲੇ ਢੱਗੇ ਸਨ 2, ਜਿਨ੍ਹਾਂ ਨਾਲ ਉਹ ਪੋਇਮ ਹੁੰਦਾ ਸੀ। ਤੇ ਜਦੋਂ ਜਾਣ ਲੱਗਾ ਇੱਕ ਢੱਗਾ ਸੀ, ਉਹਦਾ ਨਾਮ ਸੀ ਕੱਕਾ, ਹੈ ਹੀ ਕੱਕਾ ਸੀ, ਖੱਤਰੀ ਸੀ ਕਰਮਚੰਦ, ਤੇ ਕੱਕਾ ਖੱਤਰੀ ਵਾਲਾ ਢੱਗੇ ਨੂੰ ਸਾਦੇ ਹੁੰਦੇ ਸੀ। ਕਹਿੰਦੇ ਨੇ ਕਿ ਉਹ ਬੰਦਾ ਇੱਥੇ ਬਹਿ ਗਿਆ ਸੀ ਬੰਦੂਕ ਲੈ ਕੇ, ਚੁਬਾਰੇ ਦੇ ਵਿੱਚ ਢੱਗਾ ਉਹਦਾ ਲਾ ਕੇ ਵੱਜਾ ਸੀ। ਇਸੇ ਤੋਂ ਕਿ ਢੱਗਾ ਮੇਰਾ ਕੋਈ ਨਾ ਛੱਡ ਕੇ ਲਿਆਵੇ, ਕਿਉਂਕਿ ਉਹ ਵੀ ਨਹੀਂ ਸੀ ਲਿਜਾ ਸਕਦਾ, ਮਾਰ ਧਾਰ ਦੀ ਇੰਨੀ ਪਈ ਹੋਈ ਸੀ। ਚੁਬਾਰੇ ਵਿੱਚ ਕਹਿੰਦੇ ਨੇ ਬੰਦੂਕ ਲੈ ਕੇ ਬੈਠਾ, ਤੇ ਪਿੰਡ ਦੇ ਬੰਦੇ ਹੋਰ ਸੱਜੋ ਖੱਬਿਓ ਪਿੰਡਾਂ ਦੇ ਬੰਦੇ ਕਿ ਹੁਣ ਜਾੜੇ ਪੈ ਗਏ ਨੇ, ਖੱਤਰੀ ਇੱਥੋਂ ਚੱਲੇ ਨੇ, ਤੇ ਉਹਦਾ ਢੱਗਾ ਛੱਡ ਕੇ ਲਿਆਉਣੇ। ਢੱਗਾ ਬਹੁਤ ਤਕੜਾ ਸੀ, ਰਾਵੀ ਦੇ ਉੱਤੇ ਨਾਂ ਸੀ ਹੁੰਦਾ। ਤੇ ਕਹਿੰਦੇ ਨੇ ਕਿ ਉਹਨੇ ਉੱਥੋਂ ਚੁਬਾਰੇ 'ਚ ਬਹਿ ਕੇ 4 ਬੰਦੇ ਭੜਕਾਏ ਸੀ। ਜਿਹੜਾ ਲਾਗੇ ਆਉਂਦਾ ਸੀ ਕਿੱਲੇ ਦੇ ਠੋਕ ਦਿੰਦਾ, ਜਿਹੜਾ ਲਾਗੇ ਆਉਂਦਾ ਸੀ ਠੋਕ ਦਿੰਦਾ ਸੀ। ਕੱਕਾ ਖੱਤਰੀ ਵਾਲਾ ਸਾਡੇ ਇਲਾਕੇ ਦੇ ਵਿੱਚ ਇੱਥੇ ਇੱਕ ਮਿਸਾਲ ਬਣੀ ਰਹੀ ਹੈ, ਤੂੰ ਬੜਾ ਕੱਕਾ ਖੱਤਰੀ ਵਾਲਾ। ਨਾਮ ਦੱਸੋ ਇੱਕ ਵਾਰੀ ਆਪਣਾ। राम स्वरूप। राम स्वरूप। हाँ जी, राम स्वरूप अरोड़ा। राम स्वरूप अरोड़ा। हाँ जी। ਤੇ ਜ਼ਾਤ ਆਪਣੀ ਕਿਆ? राजेश पुनियानी। ईश पुनियानी। हाँ जी, हाँ। अच्छा, ਇਹ ਖੱਤਰੀ ਹੁੰਦੇ ਨੇ? हाँ जी, खतरी। ਖੱਤਰੀ ਹੁੰਦੇ ਨੇ? हाँ जी। ਠੀਕ ਹੈ। उस टाइम जड़ी दुकान होया तो रिश्ता भज के आंदा ही। अच्छा। जड़ा खेती करदा उन्हां दे ते जड़ी इत्थों मुसलमान गए ना, उन्हां दे माली नुकसान कोई नहीं, इतना माल कोई ना उन्हां दे कोल, ਜਿਹੜੇ ਇੱਥੋਂ ਗਏ ਨੇ? जड़ी इत्थों गए। ਠੀਕ ਹੈ। जड़े हिंदू इत्थों आए उन्हां दा माल ढेर आई। ਉਹ ਤਾਂ ਰਾਜੇ ਹਨ ਨਾ ਬਾਬੂ ਜੀ ਉੱਥੇ। ਤੁਹਾਡਾ ਸ਼ਹਿਰ ਬਹੁਤ ਸੋਹਣਾ ਜਿਹੜਾ ਤੁਸੀਂ ਛੋੜ ਕੇ ਗਏ ਹੋ। हाँ जी। ਵੱਡੇ ਲੋਕ ਹੋ ਤੁਸੀਂ। ਅਸਾਂ ਅੱਜ ਵੀ ਉਹਨਾਂ ਮਕਾਨਾਂ ਦੇ ਵਿੱਚ ਰਹਿੰਦੇ ਪਏ ਆ। अच्छा। ये है वो घर जिसके ऊपर आज भी नाम लिखा हुआ है उस फैमिली का जो कि 1947 से यहाँ रहती थी, बी जय सिंह सचदेव। यह सियालकोट में सरदार गंडा सिंह ओबराय की सबसे पहली और कदीमी स्पोर्ट्स फैक्ट्री और उसका सामान जो कि अब आहिस्ता आहिस्ता स्क्रैप बन रहा है, इसकी हिस्ट्री भी आपको दिखाते हैं इस वीडियो में। ये पढ़ते हैं इस घर के ऊपर क्या लिखा हुआ है, ये मैंने जूम किया। मालक बिल्डिंग लाला सीताराम हांडा, रईसे समरियाल। ये घर भी आपको दिखाते हैं। लेकिन दोस्तों ये देखो कॉर्नर ते मकान है, ठीक है ना। आय हाय 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 दोस्तों, सारा कुछ उत्थे ही है, लेकिन वो बजुर्ग वो बुढ़े माइयां बाबे इत्थे नहीं हैगे ਜਿਹੜੇ ਇੱਥੇ ਚੱਲਦੇ ਫਿਰਦੇ ਹੋਣਗੇ, ਬੱਚੇ ਨਹੀਂ ਹੈਗੇ ਜਿਹੜੇ ਇੱਥੇ ਬੱਚੇ ਜਵਾਨ ਹੋਏ ਹੋਣਗੇ। ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜੱਸੜ ਸਟੇਸ਼ਨ ਥੋੜਾ ਪਿੱਛੇ ਹੈਗਾ, ਇਹ ਪਿੰਡ ਹੈਗਾ ਅਲੀਆਬਾਦ, ਲੇਕਿਨ ਸਟੇਸ਼ਨ ਦਾ ਨਾਮ ਹੈਗਾ ਜੱਸੜ, ਜਦਕਿ ਜੱਸੜ ਜਿਹੜਾ ਪਿੰਡ ਹੈ ਉਹ ਦੂਰ ਹੈ, ਇੱਥੋਂ ਥੋੜਾ ਜਿਹਾ ਦੂਰ ਹੈਗਾ। ਖੱਤਰੀ ਐਡੇ ਪਾਵਰਫੁਲ ਹੈਗੇ ਸਨ 1947 ਦੀ ਪਾਰਟੀਸ਼ਨ ਤੋਂ ਪਹਿਲੇ ਜੱਸੜ ਦੇ, ਕਿ ਇਹ ਉਹਨਾਂ ਜਦੋਂ ਸਟੇਸ਼ਨ ਅੰਗਰੇਜ਼ਾਂ ਨੇ ਬਣਾਇਆ ਤਾਂ ਉਹਨਾਂ ਨੇ ਆਪਣਾ ਨਾਮ ਰਖਵਾਇਆ। ਇਹ ਅਲੀਆਬਾਦ ਬਿਲਕੁਲ ਨਾਲ ਪਿੰਡ ਹੈ, ਅਲੀਆਬਾਦ ਇਹਨੂੰ ਨਹੀਂ ਕਿਹਾ ਜਾਂਦਾ, ਇਹਨੂੰ ਜੱਸੜ ਸਟੇਸ਼ਨ ਕਿਹਾ ਜਾਂਦਾ। अमरनाथ अमीर तरीन हिंदू खत्री का महल जो कि अभी बिल्कुल खंडर और तबाह हो चुका है। ਇਹ ਜਿਹੜਾ ਇੱਥੇ ਚੁਬਾਰਾ ਹੈਗਾ ਸ਼ਹਿਰ ਦੇ ਵਿੱਚ ਜਿਹੜਾ ਖੰਡਰ ਬਣ ਗਿਆ, ਇਹ ਕਿਹਦਾ ਹੁੰਦਾ ਸੀ? ਅਮਰਨਾਥ ਦਾ। ਬਾਊ ਅਮਰਨਾਥ ਦਾ। ਉਹਦਾ ਕੀ ਕੰਮ ਸੀ? ਉਹਦਾ ਕੰਮ ਹੈ ਸ਼ਾਹੂਕਾਰਾ ਕਰਦਾ ਸੀ, ਹੋਰ ਕੀ ਠੀਕ ਠਾਕ ਚਬਾਰਾ, ਉਹ ਜੇਲ੍ਹ ਬਣਾਈ ਸੀ ਆਪਣੀ। ਅੱਛਾ, ਜਿਨ੍ਹਾਂ ਨੇ ਪੈਸੇ ਦੇਣੇ ਸਨ ਇਹਨਾਂ ਸ਼ਾਹੂਕਾਰਾਂ ਦੇ, ਭਾਵੇਂ ਉਹ ਮੁਸਲਮਾਨ ਸਨ ਜਾਂ ਕੋਈ ਜਿਹਨੇ ਪੈਸੇ ਦੇਣੇ ਸਨ, ਤੇ ਜਦੋਂ ਵੰਡ ਹੋ ਗਈ ਉਹਨਾਂ ਤੇ ਨਾਰੇ ਮਾਰੇ ਉਹਨੇ। ਆਹੋ ਉਹ ਖੁਸ਼ੀਆਂ ਮਨਾਈਆਂ ਉਹਨਾਂ ਨੇ। ਇਹ ਜਾਂ ਛੁੱਟੀ ਜਾਂ ਛੁੱਟੀ ਤੇ ਕਈ ਮਾਲਕ ਹੋ ਗਏ ਨੇ, ਉਹਨਾਂ ਦੇ ਕੋਈ ਪੈਸਿਆਂ ਨਾਲ ਹੀ ਕਈ ਮਾਲਕ ਇੱਥੇ ਹੋ ਗਏ ਨੇ, ਅਮੀਰ ਆਏ ਨੇ। ਆਹੋ। ਤੇ ਇੱਥੇ ਜਦੋਂ ਉਹ ਵੰਡਦੇ ਹੁੰਦੇ ਸਨ ਹਿੰਦੂ ਜਾਂ ਮੰਦਰਾਂ ਦੇ ਵਿੱਚ, ਤੇ ਜਾਣੀ ਉਹਨੇ ਸਾਰੇ ਖਾਂਦੇ ਨੇ, ਸਿਰਫ ਹਿੰਦੂਆਂ ਦੇ ਬੱਚੇ ਖਾਂਦੇ ਹੁੰਦੇ ਸਨ ਜਿਹੜਾ ਲੰਗਰ ਭੰਡਾਰਾ ਵੰਡਦੇ ਸਨ? ਉਹ ਨਹੀਂ, ਹਿੰਦੂ ਹੀ ਖਾਂਦਾ, ਕਾਲੀ ਪੱਗ ਕਾਲੀ ਬਣਨੀ, ਅੱਛਾ, ਡੂੰਗਰੀਆਂ ਕੰਨਾਂ ਤੱਕ ਰੱਖਣੀਆਂ ਤੇ ਤਲਵਾਰਾਂ ਰੱਖਣੀਆਂ ਕਾਫੀ ਤੇ। ਤੇ ਆਂਦੇ ਨੇ ਕਿ ਮੁਸਲਮਾਨਾਂ ਨੂੰ ਆਪਣੇ ਚੌਂਤਰਿਆਂ 'ਚ ਨਹੀਂ ਹਨ ਵੜਨ ਦਿੰਦੇ ਹੁੰਦੇ। ਨਹੀਂ ਬਣਦੇ। ਪਿਤਾ ਜੀ ਮੇਰੇ ਤਾਂ ਹਨ ਵੱਡੇ ਬਣੇ ਹੋਏ ਸ਼ਹਿਰ ਦੇ, ਉਹਨਾਂ ਨੇ ਲੜਾਈਆਂ ਕੀਤੀਆਂ ਨੇ ਆਪਣੇ ਪਿਸਤੌਲ ਨਾਲ, ਬੰਦੂਕ ਨਾਲ ਜਿਵੇਂ ਹੀ ਕੀਤੀਆਂ। ਉੱਥੇ ਅੰਦਰ ਕੋਟ ਬਣਾਇਆ ਨੇ ਜਨਾਨੀਆਂ ਵਾਸਤੇ, ਭਈ ਜੇ ਤੁਹਾਨੂੰ ਦਾੜ ਦੂੜ ਕੋਈ ਜ਼ਿਆਦਾ ਆ ਵञे, ਅੰਦਰ ਮਿੱਟੀ ਦੇ ਤੇਲ ਰੱਖ ਰੱਖਿਆ ਨੇ, ਅੰਦਰ ਕੋਟ ਬਣਾ ਕੇ ਲੋਹੇ ਦਾ, ਭਈ ਤੁਸੀਂ ਆਪਣੇ ਆਪ ਨੂੰ ਅੱਗ ਲਾ ਲਵੇ ਅੰਦਰ, ਭਈ ਮੁਸਲਮਾਨ ਤੁਹਾਨੂੰ ਛੂ ਨਾ ਸਕਣ। ਸਾਡੀ ਮੰਮੀ ਨੂੰ ਖਾਣੇ ਵਾਲ ਛੋੜ ਗਿਆ ਨਾ ਕੇ। ਪਿਤਾ ਜੀ ਲੜਾਈਆਂ 'ਚ ਆਪਣੀਆਂ ਲੜਾਈਆਂ ਕਰ ਕਰਕੇ ਆਖੇਂਦੇ ਰਹੇ ਹਨ, मैं इतने मार रहे हैं, इतने मार रहे हैं, मैं इतने मुसलमान मारे। धाड़ आई आई सीढ़ियाँ चढ़ के छत्तां पे, उन्हें इट्टा मारियां उठू खड़ो के साढ़ियाँ हिंदुआ ने।
ਉੱਥੇ ਤਾਂ ਬਾਅਦ ਹੀ ਕਤਲ ਹੋਏ ਸਾਰੇ। ਫਿਰ ਲਾਲਾ ਜੀ ਦੀ ਉੱਥੇ ਡੈਥ ਹੋ ਗਈ ਆ। ਪਿਸਤੌਲ ਉਹਨਾਂ ਦਾ ਕੰਮ ਕਰਨਾ ਬੰਦ ਕਰ ਗਿਆ। ਉਹਨਾਂ ਕੇ ਮੇਰਾ ਤਾਂ ਪਿਸਤੌਲ ਕੰਮ ਕਰਨਾ ਹੁਣ ਬੰਦ ਕਰ ਗਿਆ। ਤੇ ਉਸ ਤੋਂ ਬਾਅਦ ਬਾਹਰ ਦੀ ਦਾੜ ਆਈ ਹੋਈ ਹੈ। ਸ਼ਹਿਰ ਵਾਲੇ ਤਾਂ ਸਾਰੇ ਜਾਣਦੇ ਆ। ਉਹਨਾਂ ਦਾ ਆਖਿਆ ਤੁਸੀਂ ਸਾਡੇ ਘਰ ਲੁਕ ਜਾਓ, ਸਾਡੇ ਘਰ ਆ ਜਾਓ। ਇਹਨਾਂ ਆਖਿਆ ਮੈਂ ਦੇਸ਼ ਦੇ ਬਦਲੇ ਕੁਰਬਾਨੀ ਦੇਣੀ ਹੈ, ਮੈਂ ਆਵਣਾ ਕਿਸੇ ਦੇ ਘਰ ਨਹੀਂ। ਉਹ ਕੁਰਬਾਨੀ ਵੀ ਦਿੱਤੀ ਉਹਨਾਂ ਦਾ। ਉਹ ਮੋੜ ਦੇ ਉੱਪਰ ਹੈ, ਉੱਥੇ ਚੁਰਾਇਆ ਹੈ। ਉਹਦੇ ਪਹਿਲਾਂ ਬਜਾਜਾਂ ਦੇ ਘਰ, ਦਵੇਜਾਂ ਦੇ ਘਰ, ਉਹਦੀ ਪਿਛਲੀ ਤਰਫ ਸਰਦਾਨਿਆਂ ਦੇ, ਮਹਿਤਾਨੀਆਂ ਦੇ, ਨਿਸ਼ਾਨੀਆਂ ਦੇ, ਚੌਂਕ ਤੋਂ ਪਰਲੀ ਤਰਫ ਚੌਂਕ ਵਗੈਰਾ। ਤੇ ਉੱਥੇ ਸਾਡੇ ਮਾਪਿਓ ਨੂੰ ਹਜ਼ਾਰਾਂ ਸਾਲ ਤੋਂ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ, ਮੁਗਲ ਨੇ ਹਰ ਰੋਜ਼ ਉੱਥੇ ਅਟੈਕ ਕਰਦੇ ਹਨ, ਉਹਨਾਂ ਦਾ ਮੁਕਾਬਲਾ ਕੀਤਾ, ਵੱਲ ਵੀ ਉਹ ਹਿੰਦੂ ਬਣੇ ਰਹੇ। ਕੁਛ ਨਾ ਕੁਛ ਤਾਂ ਚਾਹੀ। ਜਿਸ ਤਰ੍ਹਾਂ ਹੁਣ ਇੱਥੇ ਆਸਾਨ ਹੋ ਸਭ ਕਹਿੰਦੇ ਨੇ ਫਲਾਣੀ ਖਾਪ ਹੈ, ਫਲਾਣੀ ਖਾਪ ਹੈ, ਫਲਾਣੀ ਖਾਪ। ਉਹ ਖਾਪ ਸਟਰੋਂਗ ਕਿਉਂ ਹੈ? ਉਹ 500, 700, 800 ਸਾਲ ਤੋਂ ਇੱਥੇ ਇਕੱਠੀ ਬੈਠੀ ਹੈ। ਹੁਣ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਐਜੂਕੇਸ਼ਨ ਆਈ। ਜਿਵੇਂ ਮੇਰਾ मास्टर जी हूँ MLLB। ये खत्रियों की वो दुकानें जहां से लोग उधार पैसे लेके जाया करते थे, और खत्री इतने अमीर थे इस गांव के आसपास के तमाम देहात के लोग इन हिंदू खत्रियों के मकरूज थे, सूद के नीचे दबे हुए थे। ये गांव कौन सा है ये भी आपको बताता हूँ, लेकिन ये जो मार्केट अभी आपको नजर आ रही है, ये इस मार्केट का अंदर का व्यू है। बरामदे से खड़ा होकर ये दुकानें आज भी अपनी असली हालत में मौजूद हैं। ये गांव है चूड़ मुंडा, तहसील पसरूर, जिला सियालकोट, और वहां पर खत्रियों का बाजार। ये इस इलाके में सबसे ज्यादा अमीर हिंदुओं का गांव था। यहाँ पर सिख थोड़े थे, हिंदू खत्री ज्यादा थे, महाजन भी थे, सुनियारे भी थे, और आज उनकी बाकियात यहाँ पे मौजूद हैं। ये गली आगे जाके आपको दिखाता हूँ मैं, एक घर है वो ये जो आ गया है, ये भी जनाब एक बहुत बड़े हिंदू खानदान का घर था। चुबारे थे इसके ऊपर बने हुए, वो तो खैर खत्म हो चुके हैं, लेकिन ये सिंगल स्टोरी जो घर है ये अपनी असली हालत में मौजूद है। छोटी ईंट से बनाया गया। बुजुर्गों का ये एक शाहकार दोस्तों अब आहिस्ता आहिस्ता खत्म होता जा रहा है। इसलिए मैं कहता हूँ कि जनाब जिन लोगों ने बड़े चाव से मान से ये घर बनाए थे, उन्होंने रहना नसीब ही नहीं होया। बनाए किसी ने ते हंडाए किसी ने, हुण वो भी आहिस्ता आहिस्ता ਇਹ ਨਿਸ਼ਾਨੀਆਂ ਬਜ਼ੁਰਗਾਂ ਦੀਆਂ ਖਤਮ ਹੁੰਦੀਆਂ ਜਾ ਰਹੀਆਂ। ਲੋ ਜੀ ਬਜ਼ੁਰਗੋ, ਮੈਂ ਆ ਗਿਆ ਤੁਹਾਡੇ ਪਿੰਡ ਚੂੜ ਮੁੰਡਾ। ਤੁਸੀਂ ਵੀਡੀਓ 'ਚ ਜ਼ਿਕਰ ਕੀਤਾ ਹੈ ਕਿ ਤੁਹਾਡਾ ਤਾਲੁਕ ਚੂੜ ਮੁੰਡਾ ਪਿੰਡ ਨਾਲ ਹੈ, ਤੇ ਮੈਂ ਤੁਹਾਨੂੰ ਅੱਜ ਵਿਖਾਲਣਾ ਤੁਹਾਡਾ ਪਿੰਡ 1947 ਵੇਲੇ ਜਿਹੜੇ ਅਮੀਰ ਤਰੀਨ ਖੱਤਰੀਆਂ ਦਾ ਪਿੰਡ ਸੀ ਚੂੜ ਮੁੰਡਾ, ਅੱਜ ਕੇ ਸਾਲ ਦੇ ਵਿੱਚ। ਇਹ ਪਿੰਡ ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ ਦੇ ਕੋਲ ਵਾਕਿਆ ਹੈ। ਪਿੱਛੇ ਲਿਖਿਆ ਉਰਦੂ ਜ਼ਬਾਨ 'ਚ ਚੂੜ ਮੁੰਡਾ, ਤੇ ਇਹ ਉਹ ਸਾਰਾ ਪਿੰਡ ਹੈ। ਕਿਹਾ ਜਾਂਦਾ ਹੈ ਕਿ ਇੱਥੇ ਮੰਦਿਰ ਸੀ, ਬਹੁਤ ਵੱਡਾ ਮੰਦਿਰ ਸੀ, ਖੱਤਰੀਆਂ ਦੇ ਬਾਜ਼ਾਰ ਸਨ, ਖੱਤਰੀਆਂ ਦੇ ਘਰ ਚੁਬਾਰੇ ਸਨ, ਔਰ ਇਹ ਸਾਰੇ ਇਲਾਕੇ ਦੇ ਲੋਕ ਉਹਨਾਂ ਕੋ ਆ ਕੇ ਕਰਜ਼ਾ ਲੈਂਦੇ ਹੁੰਦੇ ਹਨ ਸੂਦ ਤੇ। ਤੇ ਚਲੋ ਪਿੰਡ 'ਚ ਚੱਲਦੇ, ਤੁਹਾਨੂੰ ਪਿੰਡ ਵਿਖਾਲਦੇ ਹਾਂ। ਅੱਛਾ, ਕਿਹਾ ਜਾਂਦਾ ਕਿ ਚੂੜ ਮੁੰਡਾ ਦੇ ਖੱਤਰੀਆਂ ਨੇ ਇੰਨਾ ਕੋ ਪੈਸਾ ਉਧਾਰ ਵੰਡਿਆ ਸੀ ਕਿ ਜਦੋਂ 1947 ਦੀ ਵੰਡ ਹੋ ਗਈ ਤੇ ਖੱਤਰੀ ਇੱਥੋਂ ਚਲੇ ਗਏ, ਲੋਕਾਂ ਭੰਗੜੇ ਮਾਰੇ ਕਿ ਕਰਜ਼ ਵਾਪਸ ਨਹੀਂ ਕਰਨਾ ਪਏਗਾ। ਤੇ ਅੱਜ ਵੀ ਉਹਨਾਂ ਦੇ ਚੁਬਾਰੇ ਘਰ ਮੌਜੂਦ ਨੇ, ਲੇਕਿਨ ਦੋਸਤੋ ਉਹ ਖੱਤਰੀ ਮੌਜੂਦ ਨਹੀਂ, ਉਹ ਬਜ਼ੁਰਗ ਮੌਜੂਦ ਨਹੀਂ ਜਿਨ੍ਹਾਂ ਨੇ ਪਿੰਡ ਵਸਾਇਆ ਸੀ। ਉਹ ਚੂੜ ਮੁੰਡਾ ਪਿੰਡ ਬੜਾ ਰਈਸ ਲੋਕਾਂ ਦਾ ਪਿੰਡ ਹੁੰਦਾ ਸੀ, ਤੇ ਇਹ ਆ ਗਿਆ, ਇਹ ਸ਼ਾਹੂਕਾਰਾਂ ਦਾ ਪਿੰਡ ਸੀ। ਸ਼ਾਹੂਕਾਰ ਯਾਨੀ ਕਿ ਰਈਸ ਲੋਕਾਂ ਨੂੰ ਕਰਜ਼ੇ ਦਿੰਦੇ ਹੁੰਦੇ ਸਨ। ਤੇ ਇਹ ਕਿਹਾ ਜਾਂਦਾ ਹੈ, ਇੱਥੇ ਬਜ਼ੁਰਗਾਂ ਨੇ ਦੱਸਿਆ, ਉਹਨਾਂ ਆਖਿਆ ਕਿ ਇਹ ਸਾਰਾ ਇਲਾਕਾ ਇਹਨਾਂ ਦਾ ਕਰਜ਼ਾਈ ਹੁੰਦਾ ਸੀ। ਇਹਨਾਂ ਕੋ ਆ ਕੇ ਲੋਕੀ ਕਰਜ਼ ਲੈ ਕੇ ਜਾਂਦੇ ਸਨ, ਔਰ ਕਹਿੰਦੇ ਹੁੰਦੇ ਸਨ ਜਦੋਂ ਫਸਲ ਪੱਕੇਗੀ ਨਾ ਸ਼ਾਹ ਜੀ, ਯਾਨੀ ਉਹਨਾਂ ਨੂੰ ਸ਼ਾਹ ਕਿਹਾ ਜਾਂਦਾ ਸੀ, ਸ਼ਾਹ ਜੀ ਫਸਲ ਪੱਕੇਗੀ ਤੇ ਤੁਹਾਡੀ ਅਸੀਂ ਜਿਹੜਾ ਦਾਣੇ ਦਿਆਂਗੇ। ਤੇ ਫਿਰ ਘੋੜਿਆਂ ਦੇ ਆਂਦੇ ਹਨ। हाँ जी, घोड़ी मेरे ताऊ जी ने घोड़ी रखी हुई है। और घोड़ी अरे इस तो पहले मैं तुम दसा कि 47 to 100 साल पहले जी हाँ, साडे पिता जी दसेंदे हैं मेरे दादा परदादा जेड़े हैं काबल कंधार। अच्छा, उस साल तब्दीली हुई, वो आके वसे मुल्तान, और इतना सोना ले आया ना कि साड़ी जड़ा मंदिर बने हुआ है ना, धर्मशाला गुरुद्वारा ना साहब है, उन्होंने खूंटियां ही चांदी दी, उन्होंने हाथ पकड़न वाली बैत भी वो भी चांदी दी। इतना सोना आई भूटानी बैठन थे, हूँ बैठन वो तो गुजर गए लोग, हाथ भूटानी आई। वो मतलब मेरी बुआ दे सावरे जेड़े मेरे बुआ मेरी नहीं मेरे पिता जी की, उन्होंने सोने की खुरदियां भर के दहेज दी। इतना सोना लिया, मतलब सावरे गुरु हैं पानीपत शाह। अच्छा, बैठे शाह होना वो है ना, वो नाम उन्होंने एक कोई बेटा भी है हरमिंदर शाह। अच्छा, हाँ, तो शाह हैं वो मेरी सस दसेंदी आई सलमान शाह, सामल शाह, सारे दे नाम गिनदी आई। जिन चौथी पातशाही गुरु रामदास जी ने वरदान दिता है, वो किस वेले अमृतसर तक खुदाई होंदी पई तालाब दी, चौथी पातशाही वेले। ते इन्हां दे मां बाप ओडन दादी छोले उबाल के दिंदी आई, घुगणियां वन के ना वेचा। एक दाड़े गुरु रामदास जी ने आख्या श्रद्धा नाल आंदा, अज
ਉਹਨਾਂ ਨੂੰ ਦੇਣਾ ਹੈ ਕਿਸ ਨਾਲ ਮਜ਼ਦੂਰਾਂ ਨੂੰ ਅੱਜ ਤਾਂ ਸਾਡੇ ਕੋਲ ਪੈਸਾ ਕੋਈ ਨਹੀਂ ਉਹਨੇ ਆਖਿਆ ਮਹਾਰਾਜ ਇਹ ਜਿਹੜਾ ਹੈ ਇਹ ਤੁਹਾਡਾ ਹੀ ਹੈ ਉਹਨੇ ਵੰਜ ਕੇ ਉਹ ਭਾਂਜ ਦੀ ਥੈਲੀ ਉਹਨਾਂ ਦੇ ਮੂੰਹ पलट देते ठीक है। उन्हें वाह आज तो गुरुआं दा शाह बन गया। कह सकते हैं कि आपका अपना खुशहाल परिवार था, मतलब वो आस पास के लोगों में अमीर घरों में गिने जाते थे। हम अमीर घरों में से गिने थे, कम से कम उस जमाने में 4-5 लाख रुपया हमने मुसलमानों से लेना था। हाँ। उस टाइम से हम बहुत अमीर आदमी थे, बहुत खुशहाल थे और धाक थी इलाके में, धाक थी क्योंकि मेरा दादा नंबरदार था, समझे, जो भी थानेदार या ऑफिसर रेस्ट हाउस पे आता था वो मेरे दादाजी को बुला के उनसे सारा करवाता था। ये जो परिवार के लोग थे सारे बुजुर्ग जितने थे सारे धार्मिक विचार के थे, ठीक, वो जी जान से धर्म को छोड़ने वाले नहीं थे। और लाहौर बहुत बड़ा हब था, पार्टीशन से पहले की बात कर रहा हूँ मैं, और वहां से जब ये लोग आए तो ये पढ़े लिखे थे, डॉक्टर भी थे, टीचर भी थे। तो जो 1970-80 के दशक में जिन्होंने सरकारी स्कूलों में पढ़ाई करी है जिसमें मैं भी हूँ, तो हमारे सारे ही टीचर अरोड़ा खत्री थे, कोई रहेजा था, कोई खट्टर था, कोई सरदाना था, कोई सैगल था, ये होते थे और कॉलेजों में ये होते थे। और इन्हीं के बच्चे फिर डॉक्टरी में आए, इंजीनियरिंग में आए, आज विदेशों में जो बच्चे गए हुए हैं, बीटेक करके गया हुआ है, मोस्टली कंप्यूटर जब राजीव गांधी जी लेके आए तो अरोड़ा खत्री ही उसमें सबसे ज्यादा इनके बच्चे पढ़ाई में आए, सबसे पहले बीटेक किया इन्होंने और अब वो बड़ी बड़ी कंपनियों में। ਜਿਹਦੇ ਤੇ ਲਿਖਿਆ ਹੈ ਜੀ ਰਿਹਾਇਸ਼ਗਾਹ ਸਰਦਾਰ ਹਰੀ ਸਿੰਘ ਨਲਵਾ 1791 ਤੋਂ ਪਹਿਲੇ ਦੀ ਬਣੀ ਹਵੇਲੀ ਦੇ ਦਰਵਾਜ਼ੇ ਜਿਹੜੇ ਅੱਜ ਵੀ ਆਪਣੀ ਓਰੀਜਨਲ ਹਾਲਤ 'ਚ ਮੌਜੂਦ ਨੇ। ਇਹਦੀ ਛੱਤ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ, ਮੈਂ ਕਲੋਜ਼ ਕਰਕੇ ਦਿਖਾ ਲਣਾ। ਦੋਸਤੋ ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਬੜੀ ਦਿਲਚਸਪ ਵੀਡੀਓ ਇਹ ਮੇਰੇ ਪਿੱਛੇ ਤਖਤੀ ਲੱਗੀ ਹੈ ਜਿਹਦੇ ਤੇ ਲਿਖਿਆ ਹੈ ਜੀ ਰਿਹਾਇਸ਼ਗਾਹ ਸਰਦਾਰ ਹਰੀ ਸਿੰਘ ਨਲਵਾ, ਜਿਹੜੇ ਕਿ ਇਸ ਘਰ ਦੇ ਵਿੱਚ ਪੈਦਾ ਹੋਏ ਸਨ 1791 ਨੂੰ। ਹਰੀ ਸਿੰਘ ਨਲਵਾ ਉਹਨਾਂ ਦਾ ਤਾਲੁਕ ਉੱਪਲ ਖੱਤਰੀ ਖਾਨਦਾਨ ਨਾਲ ਸੀ और इस वीडियो ਤੁਹਾਨੂੰ ਵਿਖਾਲਣਾ ਉਹ ਕਮਰਾ ਜਿੱਥੇ ਇਹਨਾਂ ਨੇ जन्म लिया। पर मदर की तरफ से उनको लेकर आर्मी की गाड़ियां, कि जब उनका कारवां आर्मी की गाड़ियां लेकर आ रहा था तो बहुत बड़ी भीड़ उनके सामने आ गई कत्लेआम के लिए। आसपास कत्लेआम हो रहा था जो देखा गया, और जब ये कारवां को उन्होंने रुका तो ये बता रहे हैं कि मेरे मदर के मामा जो वर्किंग ऑफिसर थे उन्होंने भी सामने मशीन गन्स तान दी और वो क्राउड को चैलेंज किया कि अगर किसी ने जरा भी इस कारवां में किसी को छेड़ने की कोशिश करी तो हम आपको गोलियों से भून देंगे। गोला बारूद हमारे साथ मौजूद है, प्रोटेक्शन देकर निकले हैं। उन्होंने देखा कि सामने सच में रिस्क है, भय है, तो उन्होंने रास्ता छोड़ दिया और वो कत्लेआम नहीं हुआ और ये गाड़ियां सब निकल के आ गई। ਪਿੰਡ ਭੁਲੇਰ ਦੇ ਵਿੱਚ ਚਬਾਰਾ ਜਿਹੜਾ ਕਿ ਬੜੀ ਅੱਛੀ ਹਾਲਤ 'ਚ ਮੌਜੂਦ ਹੈ। ਇਹ ਹਿੰਦੂ ਖੱਤਰੀ ਜਿਹੜੇ ਨੇ ਇਹ ਉਹਨਾਂ ਤੋਂ ਹੁੰਦਾ ਸੀ ਔਰ ਕਿਹਾ ਗਿਆ ਕਿ ਬਹੁਤ ਇਸ ਇਲਾਕੇ 'ਚ ਅਮੀਰ ਹੁੰਦੇ ਸਨ। ਭੇਟੀ ਜਿਹੜੇ ਚਬਾਰੇ ਹੈਗੇ ਨੇ ਕਿਤੇ ਹੁੰਦੇ ਸਨ ਜਿਹੜੇ ਅੱਜ ਵੀ ਹੈ ਨੇ, ਕੌਣ ਸੀ ਇਹ? ਚਬਾਰੇ ਜਿਹੜੇ ਹਨ ਨਾ ਇਹ ਖੱਤਰੀਆਂ ਦੇ ਹਨ। ਅੱਛਾ, ਤੇ ਦੁਕਾਨਾਂ ਦੱਸ ਦੇਣ ਖੱਤਰੀਆਂ ਦੀਆਂ ਸਨ ਬਹੁਤੀਆਂ। ਦੁਕਾਨਾਂ ਜ਼ਿਆਦਾ ਹਿੰਦੂਆਂ ਦੀਆਂ ਸਨ ਔਰ ਉਹ ਹਰ ਕਿਸਮ ਦੇ ਯਾਨੀ ਜੋ ਸੌਦਾ ਸੀ ਨਾ ਉਸ ਵਕਤ ਵੀ ਇਹ ਮਰਕਜ਼ ਸੀ ਛਤੀਆਂ ਪਿੰਡਾਂ ਦਾ। ਪੱਕੀਆਂ ਦੁਕਾਨਾਂ? ਹਾਂਜੀ, ਪੱਕੀਆਂ ਦੁਕਾਨਾਂ ਸਨ, ਸਭ ਕੁਝ। ਇਹ ਬਾਜ਼ਾਰ ਪੱਕਾ ਸੀ। ਇਹ ਮਤਲਬ ਚੁਬਾਰੇ ਸਨ ਬਣੇ ਸਾਰੇ। ਇਹ ਵੀ ਇਹ ਚੁਬਾਰਾ ਉੱਤੋਂ ਮਤਲਬ ਹੁਣ ਤੇ ਢੇਰ ਦਿੱਤਾ ਗਿਆ ਨਾ, ਇਹ ਪਹਿਲੋਂ ਚੁਬਾਰਾ ਸੀ, ਉੱਤੇ 2 ਮੰਜ਼ਲਾ ਸੀ। ਨਾ ਹਿੰਦੂਆਂ ਦੀਆਂ ਕਰਜ਼ਈ ਸਨ। ਹਾਂ, ਸੂਦ ਪੈਸੇ ਲੈਂਦੇ ਨੇ ਉਹਨਾਂ ਦੇ ਕਰਜ਼ਈ ਸਨ। ਇੱਥੇ ਜਿੰਨੇ ਚੁਰਾਵਾਂ ਸਨ ਇਹਨਾਂ ਦੇ ਕਰਜ਼ਈ ਸਨ। ਉਹਨਾਂ ਕਰਜ਼ਈ ਦੀ ਵਜ੍ਹਾ ਤੋਂ, ਕਰਜ਼ੇ ਦੀ ਵਜ੍ਹਾ ਤੋਂ ਕਿ ਸਾਡਾ ਕਰਜ਼ਾ ਇਹਨਾਂ ਮਤਲਬ ਮਾਫ ਹੋ ਜਾਵੇ, ਇਹ ਤੁਰ ਜਾਣਗੇ ਤੇ ਸਾਨੂੰ ਕਰਜ਼ਾ ਨਾ ਦੇਣਾ ਪਏਗਾ, ਇਸ ਵਾਸਤੇ ਉਹਨਾਂ ਨੂੰ ਇੱਥੇ ਰਹਿਣ ਨਹੀਂ ਸੀ ਦਿੱਤਾ। ਆਖਿਆ ਹੁੰਦੇ ਲੋਕ ਨਹੀਂ ਸਾਨੂੰ ਰਹਿਣ ਦਿੰਦੇ ਵੀ ਇਹਨਾਂ ਇਹ ਰਹਿ ਗਏ ਤੇ ਸਾਨੂੰ ਕਰਜ਼ਾ ਦੇਣਾ ਪੈਣਾ ਵਾਪਸ। ਤੇ ਜਦੋਂ ਪਤਾ ਲੱਗਾ ਨਾ ਕਿ ਵੰਡ ਹੋ ਗਈ ਇਹਨਾਂ ਤੇ ਬਬਰੀਆਂ ਮਾਰੀਆਂ ਹੋਣੀਆਂ ਨੇ। ਬਸ ਇਹੀ ਗੱਲ ਹੈ ਨਾ, ਉਹ ਫਿਰ ਉਹ ਜਾਂਦੇ। ਹਾਲਾਂਕਿ ਉਹਨਾਂ ਨੂੰ ਪਤਾ ਨਹੀਂ ਸੀ, ਜੇ ਉਹਨਾਂ ਨੂੰ ਪਤਾ ਹੁੰਦਾ ਨਾ ਕਿ ਅਸਾਂ ਵਾਪਸ ਨਹੀਂ ਆਉਣਾ ਉਸ ਵਕਤ ਉਹ ਇਸੇ ਭੁਲੇਖੇ ਵਿੱਚ ਸਨ ਕਿ ਅਸਾਂ ਵਾਪਸ ਆ ਜਾਣਾ ਆਪਣਾ ਘਰਾਂ 'ਚ। ਉਹ ਯਾਨੀ ਆਰਜ਼ੀ ਤੌਰ ਤੇ ਇੱਥੋਂ ਗਏ ਸਨ, लेकिन वो ये नहीं से उन्होंने पता कि मुल्कों की वंड हो गई है। किया गया, कोई उनको शरणार्थी कह रहा है, आप उनको बहादुर कौम तो कहो, अच्छा लगता है कि उन्होंने बहादुरी दिखाई। केवल एक ही बात तो कहनी थी, हम राम नहीं कहेंगे अल्लाह कह लेंगे।
ना उनका घर छूटता, ना उनका परिवार छूटता, ना उनकी जमीन जायदाद छूटती, ना उनका व्यापार छूटता। इतनी बहादुर कौम जिनने धर्म के लिए सब कुछ न्यौछावर कर दिया और अपने सामने अपने बच्चे मरवाए, और उनको कुछ लोगों ने शरणार्थी तक कहा। ये बहुत शर्म की बात थी। उस टाइम की सरकारों ने भी कोई एक्शन नहीं लिया। मैं धन्यवाद करता हूं आदरणीय नरेंद्र मोदी जी का। ਇਹ ਖੱਤਰੀਆਂ ਨੇ ਕੋਈ ਹੱਥ ਪਵਾਇਆ ਸੀ ਦਾ ਇਹ ਪਵਾਏ ਖੱਤਰੀਆਂ ਸੀ। ਇਹ ਖੱਤਰੀ ਭਾਗਵਾਲ ਦੇ ਸਨ, ਕੋਈ ਜੱਲੜ ਦੇ, ਕਿ ਉਦੋਂ ਉਸ ਵਕਤ ਦੇ ਵਿੱਚ ਮਾਲ ਦਾ ਰੋਜ਼ ਹੁੰਦਾ ਤਾਂ ਮਾਲ ਉਹਨਾਂ ਦੇ ਜਾਂਦਾ ਹੁੰਦਾ ਸੀ ਤੇ ਹੁੰਦਾ ਸੀ, ਤੇ ਆਪ ਹੀ ਉਹਨਾਂ ਕੋਲੋਂ ਪੈਸੇ ਦੇਣੇ ਮਜ਼ਦੂਰਾਂ ਨੂੰ, ਦੂਜਿਆਂ ਨੂੰ, ਪੈਸੇ ਲਓ, ਟਿਕਟਾਂ ਲਓ, ਤੇ ਸਿਆਲਕੋਟ ਤੁਰ ਜੋ, ਨਾਰੋਵਾਲ ਤੁਰ ਜੋ, ਫਿਰ ਉਹਨਾਂ ਆਉਣਾ, ਫਿਰ ਸਟੇਸ਼ਨ ਚੱਲ ਗਿਆ। ਪਿੰਡ ਜੱਸੜ, ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ, ਇੱਕ ਬਹੁਤ ਹੀ ਪੁਰਾਣਾ ਹਿੰਦੂ ਖੱਤਰੀ ਫੈਮਿਲੀ ਦਾ ਘਰ ਤੁਹਾਨੂੰ ਦਿਖਾ ਰਿਹਾ। ਖੰਡਰ ਬਣ ਗਿਆ ਲੇਕਿਨ ਆਲੀਸ਼ਾਨ ਸੀ। ਆਓ ਵੇਖੋ। ਦੋਸਤੋ, ਜੱਸੜ ਪਿੰਡ 1947 ਦੀ ਪਾਰਟੀਸ਼ਨ ਤੋਂ ਪਹਿਲੇ ਇੱਕ ਬੜਾ ਵੱਡਾ ਕਸਬਾ ਸੀ, ਬਲਕਿ ਆਸ-ਪਾਸ ਦੇ ਜਿਹੜੇ ਕੋਈ 40-50 ਪਿੰਡ ਸਨ ਉਹਨਾਂ ਵਾਸਤੇ ਨਾਰੋਵਾਲ ਤੋਂ ਬਾਅਦ ਇੱਕ ਸ਼ਹਿਰ ਦਾ ਦਰਜਾ ਰੱਖਦਾ ਸੀ, ਕਿਉਂਕਿ ਇੱਥੇ ਬਹੁਤ ਹੀ ਅਮੀਰ ਤਰੀਨ ਖੱਤਰੀ ਉਹਨਾਂ ਦੀਆਂ ਦੁਕਾਨਾਂ ਸਨ, ਬਾਜ਼ਾਰ ਸੀ ਬਣਿਆ, ਔਰ ਹਰ ਚੀਜ਼ ਇੱਥੋਂ ਲੋਕੀ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਨੇ ਆ ਕੇ ਖਰੀਦਦੇ ਹੁੰਦੇ ਸਨ। ਪਾਕਿਸਤਾਨ ਬਣਨ ਤੋਂ ਪਹਿਲੇ ਦਾ ਇੱਕ ਸਕੂਲ ਹੈ ਔਰ ਉਹ ਬਣਾਇਆ ਸੀ ਖੱਤਰੀਆਂ ਨੇ। ਉਸ ਜ਼ਮਾਨੇ ਦੇ ਵਿੱਚ ਉਹ ਸੁਣਿਆ ਕਾਲਜ ਬਣਾਇਆ ਗਿਆ ਸੀ, ਅੱਜ ਵੀ ਮੌਜੂਦ ਹੈ। ਅੱਜ ਵੀ ਉੱਥੇ ਤਾਲੀਮੀ ਸਰਗਰਮੀਆਂ ਜਾਰੀ ਨੇ ਔਰ ਉਹੋ ਹੀ ਬਿਲਡਿੰਗ ਪੁਰਾਣੀ ਇਸਤੇਮਾਲ ਕੀਤੀ ਜਾ ਰਹੀ ਹੈ। ਇੱਕ ਪੁਰਾਣੀ ਨਿਸ਼ਾਨੀ ਕਿਆਮੇ ਪਾਕਿਸਤਾਨ ਤੋਂ ਪਹਿਲੇ ਦੀ ਸਕੂਲ। ਇਹ ਸਕੂਲ ਜਿਹੜਾ ਹੈਗਾ ਇਹ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਤੇ ਉਹਦੇ ਕੋਲ ਪਿੰਡ ਹੈਗਾ ਚੂੜ ਮੁੰਡਾ। ਦੱਸਿਆ ਗਿਆ ਹੈ ਕਿ ਕਿਆਮੇ ਪਾਕਿਸਤਾਨ ਤੋਂ ਪਹਿਲਾਂ ਬੜਾ ਹੀ ਇਹ ਵੱਡਾ ਪਿੰਡ ਔਰ ਅਮੀਰ ਤਰੀਨ ਹਿੰਦੂ ਖੱਤਰੀ ਇੱਥੇ ਕਾਰੋਬਾਰ ਕਰਦੇ ਸਨ। ਅੱਜ ਤੁਹਾਨੂੰ ਵਿਖਾਣ ਲੱਗਿਆ ਪਿੱਛੇ ਉਹ ਵੇਖੋ ਜੀ, ਹਵੇਲੀ ਇੱਕ ਬਹੁਤ ਪੁਰਾਣੀ, ਇੱਕ ਹਿੰਦੂ ਤਾਜਰ ਸੀ। ਅਸੀਂ ਆਏ ਹਾਂ ਜੀ ਉਹਦੀ ਹਵੇਲੀ ਤੇ, ਕੁੰਦਨ ਖੱਤਰੀ ਉਹਦਾ ਨਾਂ ਸੀ, ਠੀਕ ਹੈ। ਜਿਹਦੀ ਉਹ ਪਿੱਛੇ ਤੁਸੀਂ ਹਵੇਲੀ ਉਤੋਂ ਦੀ ਵੇਖ ਰਹੇ ਹੋ, ਇਹ ਜੀ ਤਹਿਸੀਲ ਕਬੀਰਵਾਲਾ, ਜ਼ਿਲ੍ਹਾ ਜੇ ਖਾਨੇਵਾਲ ਤੇ ਕੁੰਦਨਪੁਰ ਹੁਣ ਤੇ ਦਾ ਨਾਂ ਹੈ ਜੀ, ਜਿਹੜਾ ਕਿ ਉਸੇ ਹਿੰਦੂ ਦੇ ਨਾਂ ਤੇ ਇਸ ਪਿੰਡ ਦਾ ਨਾਂ ਹੈ, ਠੀਕ ਹੈ। ਆਓ, ਪੁਰਾਣੀ ਇਹ ਬਹਿਣ ਵਾਲੀ ਜਗ੍ਹਾ ਹੁੰਦੀ ਹੈ ਜੀ, ਕਿੰਨਾ ਮਜ਼ਬੂਤ ਦਰਵਾਜ਼ਾ ਹੈ। ਅਸੀਂ ਆਏ ਹਾਂ ਤੇ ਬੜੀ ਮੁਹੱਬਤ ਦਿੱਤੀ ਇਹਨਾਂ ਨੇ। ਇਹ ਬਜ਼ੁਰਗ ਜਿਉਂਦੇ ਵਾਸਤੇ ਰਹਿਣ ਜੀ। ਇਹ ਕਿੰਨੇ ਕਮਰੇ ਜੀ? ਤੇ ਇੱਕ ਹਿੱਸਾ ਹੈ लिए जी। उस दौर च बड़ा शानदार काम होया, यकीन करो। मैं सजाद अहमद उर्फ कैस ददरा अज तुहानू भावन शाह दे इलाके विच कुंदनपुर दी कुंदन राज खत्री होना दी हवेली विखा रहे हैं जी। अब जिस मकान में हम रहते थे ना, जिस मकान में मेरा जन्म हुआ, बाई ब्लॉक वाले में, इसकी मतलब पार्टीशन से 1.5 साल के लगभग साल या 1.5 साल पहले 26,000 का दाम लगा गए थे उस वक्त। कितना आलीशान था? अब ये देख लो कितना आलीशान होगा वो। 26,000 का उस टाइम का मकान। आज तो 26 करोड़ का अलावा ये आज की डेट में जल्दी का हाल है। जिन्हें ਤੁਹਾਨੂੰ जन्म ਦਿੱਤਾ ਉਹਦਾ ਵੀ ਤਾਂ ਨਾਮ ਦੱਸੋ। ਉਹਦਾ ਨਾਮ ਗੁਲਾਬ ਹੈ। गुलाब राय, गुलाब सिंह, गुलाब राम, क्या गुलाब राम बदवा। गुलाब राम बदवा, ठीक है। 90 किलो जमीन आई पीछे थोड़ी का आई ना। वैसे सोना सोना तो सब पहले गांव शहर खानेवाल पहुंचा देता है। आंधी दबी हुई है 10 किलो। लड़ चौक आना अपने जेड़े ले गए पशु है, घोड़ी आए, 2 मैसा, 2 गायियां, मतलब पशु सारे ढेर हैं, 2-4 कटड़ियां बटड़ियां हैं, मतलब सारी हवेली पूरी आई। मुल्तान का जो पहला गजेटियर छपा 1882 में, हालांकि बड़ी अचंभे की बात है कि ब्रिटिश डिप्टी कमिश्नर ने रिकॉर्ड करवाई। ब्रिटिश डिप्टी कमिश्नर लिख रहा है अरोड़ा खत्री इंक्लूडिंग हिंदू एंड सिख, सो अलर्ट, एकदम अलर्ट है, टोटल। सोया है ना तब भी मत सोच लेना कि सोया हुआ है। सोना हर किसी को होना, कोई ऐसा आदमी ना आई जिसको सोना चांदी ना हो। जिला मुल्तान में सबसे ज़्यादा गर्मी है। साधु संत महात्मा उत्थान सबसे ज़्यादा है। या मुसलमान बनो ना पे पालो वो मरे न। मुसलमान असा बनना ना चाहते से, वह सारे बुजुर्ग आखन भाई सारी जान चली जाए, मर जासूँ, पर मुसलमान का। अच्छा, इसका नाम क्या था इस मंदिर का? इसका भोपाल मंदिर। भोपाल मंदिर। यहाँ बहुत सारी पुरानी इमारतें हैं क्योंकि ये बहुत अमीर तरीन हिंदुओं का एरिया था। अमीर हिंदू यहाँ पे रहते थे। 47 की पार्टीशन हो गई तो ये लोग वहाँ चले गए और वहाँ से गुजरते ही मुसलमान ही गुजरते थे, इधर से मुसलमान गुजरते, गद्दे उड़ाते थे उसकी। हमें ऊंची आवाज सुनना भी पसंद नहीं। हमारे सामने जो ऊंची आवाज में बोलता है
उसकी आवाज हमेशा हमेशा के लिए बंद कर दी जाती है। अच्छा दोस्तों, ਇਹ ਮੇਰੇ ਪਿੱਛੇ ਤੁਸੀਂ ਬਹੁਤ ਹੀ ਆਲੀਸ਼ਾਨ ਵੱਡਾ ਮਕਾਨ ਦੇਖ ਰਹੇ ਹੋ, ਬਿਲਕੁਲ ਪਿੰਡ ਦੇ ਦਰਮਿਆਨ ਦੇ ਵਿੱਚ ਭਾਡੇ ਵਾਲਾ, ਤੇ ਇਹਦਾ ਸੰਗੇ ਮਰਮਰ ਦਾ ਲੱਗਿਆ ਦਾ ਜਿਹੜੀ ਚੁਗਾਠ ਇਹਦੀ, ਔਰ ਇਹਦੇ ਬਹੁਤ ਜ਼ਿਆਦਾ ਕਮਰੇ ਨੇ, ਉੱਤੇ ਚੁਬਾਰਾ ਤੱਕ ਬਣਿਆ ਇਹਦਾ ਬਹੁਤ ਤੇ ਮੰਦੀ। ਇਥੋਂ ਸਾਬਤ ਹੁੰਦਾ ਕਿ ਇਹ ਆਪਣੇ ਦੌਰ ਦਾ ਕਿਸੇ ਰਈਸ ਦਾ ਘਰ ਹੈ। ਇਹ ਜਿਹੜੇ ਘਰ ਨੇ ਪੱਥਰ ਦਾ, ਕਿਹਦਾ ਘਰ ਸੀ ਇਹ? खत्रियां का घर। हमारी ज़मींदारी थी 300-350 एकड़ कहते हैं ज़मीन थी हमारी, बहुत ज़मीन थी, और उस पर जो है मुसलमान काश्तकार वो वहाँ काम करते थे खेतों में। पुरखा मिट्टी ने कहा भी आप जितने भी हिंदू हो लांग वाली धोती बांध लो ताकि हमें पहचान रहे कि मुसलमान तो नहीं घुस के बीच में। जब तक फीमेल यानी औरतें वहाँ ढकी हुई थी 1 हफ्ते से, तो उनको पानी पिलाया और उनको कहा मैं तुम्हें मारने आया हूँ। तो हमारी जो नानी थी पहले, उसने कहा बेटा पहले तुम मुझे मारो, तो उन्होंने सीरियल वाइज सबको बारी बारी से मारा कुल्हाड़ी से। 7वां बच्चा 6 महीने की बच्ची थी उसकी, उसके हाथ कांपने लगे और 3 बार कुल्हाड़ी मारी, तब जाके वो मरी। वो ऐसा है, देखो जी, हम जहाँ से आए, हम वेस्ट पंजाब से आए हैं जी, जिसको आज के समय में कुछ और नाम से बुलाया जाता है। अरे जब समाज के ऊपर एक समस्या आई जो 1947 के मध्य में, आपको पता होगा 90 लाख लोग वहां से निकल कर आए थे। जब एक बंटवारा कर दिया गया कि हिंदू आ जाएं हिंदुस्तान में और मुस्लिम चले जाएं पाकिस्तान में, तो उसी दौरान हमारे भी जो लोग थे, इनके अपने निर्णय थे, इन्होंने निर्णय अपनी तरफ से आदेश तो दे दिए, पर यह देखा नहीं कि कितना हमें नुकसान उसका झेलना पड़ा, हमें कितनी त्रासदियां झेलनी पड़ी। 90 लाख लोग निकले तो 90 लाख में से 20 लाख को शहादतें देनी पड़ी, रेले की रेले कट के आई। वो जो आपने गदर मूवी देखी है, गदर 2 देखी, गदर 1 देखी है, गदर 1 के अंदर जो दिखाया हुआ है वो सब हमारे ऊपर ही है, हमारे समाज को। बेसिकली आप कह रहे हैं पाकिस्तान से जो आए हुए वो पंजाबी कम्युनिटी है। पाकिस्तान का नाम नहीं लेंगे बिकॉज उसका कारण है भाई साहब, पाकिस्तान तात्पर्य वही हुआ, तात्पर्य ऐसा है जो समझाने में आता है, बॉर्डर पार से आए लोग वो पंजाबी हैं। उसका मैं आपको समझा देता हूँ कारण क्या है, पाकिस्तान क्यों नहीं यूज करते हम, क्योंकि पाकिस्तान से हम तब आए ना जब पाकिस्तान बने, जब पाकिस्तान बनने से पहले हम निकल आए वहां से। बिल्कुल आपकी बात ठीक है, हम लेकिन तो एक जगह से दूसरी जगह आए थे, वहीं से कर रहे हैं, जो उस एरिया से बिलोंग है उसको आप पंजाबी रेफर कर रहे हैं। हाँ, ऐसा वो वेस्ट पंजाब उसको बोला जाता था हमारी लैंग्वेज में, जब हम वहां रहते थे। तो वहां पर हमारे एरिया है, लाहौर है, रावलपिंडी है, मुल्तान है, झंग है, ये सब हमारे एरिया है। गुजरांवाला जिले से मैं बिलोंग करता हूँ, तो हमारे कम से कम भी 4 गांव थे वहां पर। हमारा एक इतना बड़ा सल्तनत थी हमारी, 2000 किले थे हमारे। मेरी दादी कहती होती थी कि जब जहां तक आप देखते थे, हम देखते थे जहां तक, वहां तक हमारी जमीन थी। इतना बड़ा हमारा सल्तनत, इतनी बड़ी हमारी जायदाद जमीनें थी, जो कि यहाँ पर आकर हमें उसके कुछ ही % उसका हिस्सा मिला। यहाँ पर हम बहुत कुछ छोड़ के आए हैं, बहुत कुछ अब गवा के आए हैं अपना। 1947 के बंटवारे के समय हिंदुस्तान से एक अलग देश पाकिस्तान बनाया गया, जिसमें वेस्ट पंजाब, बंगाल, सिंध जैसे राज्य को काटकर मुस्लिम बहुल देश के नाम पर अलग कर दिया गया। कारण बताया गया मुसलमानों के लिए अलग मुल्क बनाना है। पर आज पूछो उन्हीं लोगों से, क्या इससे कुछ बदला? नहीं। आज भी हिंदुस्तान में करोड़ों मुसलमान रहते हैं और आज भी हिंदू मुसलमान का झगड़ा हो रहा है। तो फिर क्यों उस धरती को अलग किया गया जहां भगवान श्री राम का वंश चला, जहां भगवान राम के बेटे लव ने लाहौर और कुश ने कसूर बसाया था, मुल्तान जिसका पुराना नाम कश्यपपुरा था, जहां कश्यप ऋषि का स्थान था, जहां 5000 साल पुराना सूर्य मंदिर था, जहां प्रहलादपुरी मंदिर था। तो फिर क्यों छीनी गई हमारे पुरखों की वो जमीन? हमारे पूर्वजों ने 10 से 20 लाख शहादतें दी, पर इसका फल क्या मिला? क्या धर्म के ठेकेदारों ने उन पर गर्व किया? नहीं, बल्कि उन्हीं महान आत्माओं को रिफ्यूजी कहा गया, पाकिस्तानी कहा गया। जबकि वेस्ट पंजाब में हर समाज के लोग रहते थे, लेकिन एक समाज ऐसा था जिसने धर्म नहीं बदला, मुल्क छोड़ा, हुकूमत छोड़ी, सब कुछ छोड़ा, और वो थे खत्री। अंत में बस इतना ही कहूँगा, मेहनत कीती, कदे हाथ नहीं फैलाए, राजे सी रंग बने, आज देख खतरी दे पुत फिर राजे बने। हमारी संस्था का उद्देश्य भाई साहब ये है कि जो हमारे बच्चे हैं, हमारी आने वाली पीढ़ी है, जैसे आज हमारी पीढ़ी, आज हमें उनको जगाते हुए देखो, हमें असलियत में जो हमारे लोग हैं, मेरे को कहने में कोई शर्म नहीं है, हमारे बच्चों को, हमारे जो खुद के समाज के लोगों को अपने बारे में इतना पता नहीं। जैसे कि आपको मैंने बताया 10 के 10 गुरु खत्री थे, हरि सिंह नलवा जी हैं, और भी बहुत हुए, ये सब हरि सिंह नलवा जी उपल खत्री थे। तो ऐसे हमारे समाज में अरूढ़ जी महाराज हैं हमारे, इनको श्री राम जी के वंशज हैं। तो हमारी पूरी वंशावली है जो लव जी से निकली। लव जी ने लाहौर को बसाया था और कुछ जी ने कसूर बसाया था। एक 5000 साल पुराना मंदिर है जो वो भी आज भी वो भी वहां ही है।
और प्रहलादपुरी जिसको बोलते हैं मुल्तान है उसको प्रहलादपुरी के नाम से जाना जाता था, उसको कश्यपपुरा के नाम से जाना जाता। कश्यप ऋषि के जो जिन्हों के हमारे गोत्र हैं कई काफियों के जिसमें कश्यप गोत्र मिलता है। मेरा जो खुद का गोत्र है वो भारद्वाज गोत्र है। तो हमारे को अपने बारे में इतना अच्छा, आपको याद है ना सन 47 में भारत का बंटवारा हुआ था। उस बंटवारे के बाद बहुत बड़ा माइग्रेशन हुआ था, लाखों की संख्या में लोग इधर से उधर गए थे। तो जो हिंदू अपना सब कुछ लुटा के यहाँ आए, उनकी जो संपत्ति थी, जमीन थी, जो घर बार था, कोठियां थी, हवेलियां थी, वो यहाँ से माइग्रेट करके जाने वाले भाईजानों को पाकिस्तान में दे दी गई। भारत में भी आए लोगों को यहाँ की सरकार से कुछ ऐसी ही उम्मीद थी कि भाई जो मुसलमान यहाँ से अपना छोड़ के गए हैं उनकी जमीन हमको मिल जाएगी, पर ऐसा नहीं हुआ। इस जमीन का क्या किया जाए उसके लिए भाई मतलब उस जमीन के एडमिनिस्ट्रेशन के लिए एक एक्ट बना, इवैक्यू प्रॉपर्टी एक्ट (EPA) कि भाई जब तक तय नहीं हो जाता कि इस जमीन का क्या करना है जो मुसलमान छोड़ के गए हैं, तब तक इसकी कस्टोडियन जो है वो केंद्र सरकार रहेगी। सारी जमीन वक्फ को देगी। और अब वक्फ बोर्ड उसी जमीन से मस्त मोटा किराया खा रहा है और आज भी कई बंटवारे के विक्टिम हिंदू परिवार किराए पे रह रहे हैं।